टीवी एनआरआई देख रहे हो तुसी ते मैं हाँ तुहाडे नाल हिना इवनिंग बुलेटिन लैके एक बार फिर तो हाजिर हाँ। खबरां दी शुरुआत करते हैं कुछ खास खबरां दे नाल। चंडीगढ़ च लखा सिधाना ते होए 4 केस दर्ज, किसानां नूं भड़काउण दे लगे दोष। जलंधर च हाई वोल्टेज तारां दी चपेट च आया 13 साला मासूम, हालत गंभीर। अमरीका दे फ्लोरिडा च 12 मंजिला इमारत होई ढही ढेरी, 5 लोकां दी मौत, 156 लोग लापता। पटियाला च बेदर्द औरतां दी अनमनुखी करतूत, बेजुबान जानवर दी स्कूटी नाल बन के घसीट के ले जा रही सन औरतां, जानवर दी हुई मौत। झारखंड च एक नौजवान दे कोल मां दे अंतिम संस्कार लई नहीं सन पैसे, नौजवान ने कीती खुदकुशी। आओ नज़र मार लैंदे हां कुछ विस्तार दे नाल इन्हां खबरां ते। सब तो पहलां गल करांगे चंडीगढ़ दी, जिथे लखा सिधाना दे खिलाफ 4 मामले दर्ज किए गए ने। दस दे कि इन्हां विचों एक मामला कल दा है, जदों कल किसानां दे वल्लों प्रदर्शन किया जा रहा सी, उस दे विच लखा सिधाना भी शामिल होए सन, जिस करके उन्हां दे खिलाफ 4 मामले दर्ज होए ने ते किसानां नूं भड़काउण दे दोष भी लखा सिधाना ते लगे ने। किसान अंदोलन ਨੂੰ ਦਿੱਲੀ ਵਿੱਚ ਡਟਿਆ ਕੱਲ 7 ਮਹੀਨੇ ਹੋ ਗਏ, ਜਿਸ ਕਰਕੇ 26 ਜੂਨ ਨੂੰ ਇੱਕ ਵਾਰ ਫਿਰ ਅੰਦੋਲਨ ਵਿੱਚ ਚਿੰਗਾੜੀ ਸੁਲਗ ਗਈ। ਇਸ ਦੌਰਾਨ ਚੰਡੀਗੜ੍ਹ ਵਿੱਚ ਲੱਖਾ ਸਿਧਾਨਾ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਸ ਉੱਤੇ ਕਿਸਾਨਾਂ ਨੂੰ ਭੜਕਾਉਣ ਦੇ ਦੋਸ਼ ਲੱਗੇ ਹਨ, ਜਿਸ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਉਸ ਉੱਤੇ 4 ਮਾਮਲੇ ਦਰਜ ਕੀਤੇ ਗਏ ਹਨ। ਦੱਸ ਦਈਏ ਕਿ ਲੱਖਾ ਸਿਧਾਨਾ ਤੇ 26 ਜਨਵਰੀ ਦੀ ਹਿੰਸਾ ਨੂੰ ਲੈ ਕੇ ਦਿੱਲੀ ਪੁਲਿਸ ਵੱਲੋਂ ਵੀ ਮਾਮਲਾ ਦਰਜ ਕੀਤੇ ਗਏ ਸਨ ਅਤੇ ਇੱਕ ਦਿਨ ਪਹਿਲਾਂ ਹੀ ਪੁਲਿਸ ਨੇ ਉਸ ਦੀ ਗ੍ਰਿਫਤਾਰੀ ਉੱਤੇ ਰੋਕ ਲਾਈ ਸੀ। ਜ਼ਿਕਰਯੋਗ ਹੈ ਕਿ ਖੇਤੀ ਲਹਿਰ ਨੂੰ ਲੈ ਕੇ ਬੀਤੇ ਦਿਨ ਕਿਸਾਨਾਂ ਨੇ ਇੱਕ ਵੱਡਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਿਸਾਨਾਂ ਨੇ ਦੇਸ਼ ਦੇ ਸਾਰੇ ਰਾਜਾਂ ਦੇ ਰਾਜਪਾਲਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਉਪ ਰਾਜਪਾਲਾਂ ਨੂੰ ਮੰਗ ਪੱਤਰ ਸੌਂਪੇ। ਇਸ ਦੌਰਾਨ ਚੰਡੀਗੜ੍ਹ ਵਿੱਚ ਲੱਖਾ ਸਿਧਾਨਾ ਨੇ ਵੀ ਕਿਸਾਨ ਮਾਰਚ ਕੱਢਿਆ। ਕਿਸਾਨਾਂ ਵੱਲੋਂ ਚੰਡੀਗੜ੍ਹ ਵਿੱਚ ਬੈਰੀਕੇਡ ਤੋੜੇ ਗਏ, ਉਹਨਾਂ ਉੱਤੇ ਵਾਟਰ ਕੈਨਨ ਦਾ ਵੀ ਇਸਤੇਮਾਲ ਕੀਤਾ ਗਿਆ। ਇਸ ਦੌਰਾਨ ਲੱਖਾ ਸਿਧਾਨਾ ਇੱਕ ਟਰੈਕਟਰ ਵਿੱਚ ਆਪਣੇ ਸਾਥੀਆਂ ਨਾਲ ਬੈਠਾ ਹੋਇਆ ਸੀ। ਜਦੋਂ ਸੈਕਟਰ 8 ਉੱਤੇ ਪਹੁੰਚ ਕੇ ਕਿਸਾਨਾਂ ਨੇ ਡੀਸੀ ਨੂੰ ਮੰਗ ਪੱਤਰ ਸੌਂਪੇ ਤਾਂ ਸਿਧਾਨਾ ਟਰੱਕ ਤੋਂ ਉਤਰਿਆ। ਪੁਲਿਸ ਵੱਲੋਂ ਕਿਸਾਨਾਂ ਨੂੰ ਭੜਕਾਉਣ ਅਤੇ ਪੁਲਿਸ ਦੀ ਕਾਰਵਾਈ ਵਿੱਚ ਰੁਕਾਵਟ ਪਾਉਣ ਦੇ ਦੋਸ਼ ਅਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤੇ ਗਿਆ। ਬਿਊਰੋ ਰਿਪੋਰਟ ਦਾ ਟੀਵੀ ਐਨਆਰਆਈ। गल करांगे जलंधर दी, जिथे हाई वोल्टेज तारां दी चपेट दे विच आउण कारण एक 13 साला मासूम झुलस गया ते उसदी हालत गंभीर बनी हुई है। दस दे कि शॉर्ट सर्किट कारण अग लग गई ते इस अग दे विच 13 साला मासूम झुलस गया। जलंधर दे बस्ती दानिशमंदा च पैंदे इलाके ग्रीन वैली च देर शाम उस समय भज दौड़ मच गई, जदों इत्थे 13 साला मुंडा घर दे उपरों लंघण वालियां हाई वोल्टेज तारां नाल शॉर्ट सर्किट होण करके अग दी चपेट विच आ गया। तारां 'च शॉर्ट सर्किट होण करके तारां दे हेठां खड़े मुंडे नूं अग लग गई, जिस नाल ओह करीब 90% झुलस गया है। 13 साला मुंडे हर्ष नूं जख्मी हालत 'ਚ सिविल हस्पताल दाखिल करवाया गया, जिथे ओह जिंदगी ਅਤੇ मौत ਦੀ ਲੜਾਈ ਲੜ ਰਿਹਾ ਹੈ। ਮੁੰਡੇ ਦੀ ਮਾਂ ਰਾਣੀ ਨੇ ਦੱਸਿਆ ਕਿ ਜਦੋਂ ਉਹਨਾਂ ਦੇ ਮੁੰਡੇ ਨੂੰ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗੀ ਤਾਂ ਉਹ ਉਸ ਸਮੇਂ ਘਰ 'ਚ ਨਹੀਂ ਸਨ। ਉਹਨਾਂ ਦੱਸਿਆ ਕਿ ਉਸ ਦੀਆਂ ਦੋਵੇਂ ਧੀਆਂ ਭਾਂਡੇ ਸਾਫ਼ ਕਰ ਰਹੀਆਂ ਸਨ ਅਤੇ ਮੁੰਡਾ ਵਾਸ਼ਿੰਗ ਮਸ਼ੀਨ ਦੇ ਕੋਲ ਖੜਾ ਸੀ। ਮੁਹੱਲੇ ਵਾਸੀ ਉਹਨਾਂ ਦੇ ਬੇਟੇ ਨੂੰ ਸਿਵਲ ਹਸਪਤਾਲ ਛੱਡ ਕੇ ਚਲੇ ਗਏ। ਉੱਥੇ ਇਲਾਕਾ ਵਾਸੀਆਂ ਨੇ ਕਿਹਾ ਕਿ ਜਿਸ ਘਰ 'ਚ ਇਹ ਘਟਨਾ ਹੋਈ ਹੈ ਉਸ ਘਰ ਨੂੰ ਬਿਜਲੀ ਮਹਿਕਮੇ ਵੱਲੋਂ ਨੋਟਿਸ ਦਿੱਤਾ ਗਿਆ। ਉਸ ਘਰ ਦੀ ਦੂਜੀ ਮੰਜ਼ਿਲ ਤੋਂ ਹਾਈ ਵੋਲਟੇਜ ਦੀਆਂ ਤਾਰਾਂ ਘਰ ਦੇ ਉੱਪਰੋਂ ਲੰਘਦੀਆਂ ਨੇ। ਬਿਜਲੀ ਮਹਿਕਮੇ ਵੱਲੋਂ ਦੂਜੀ ਮੰਜ਼ਿਲ ਡਿਗਾਉਣ ਤੇ ਅਜੇ ਤੱਕ ਕੰਮ ਨਹੀਂ ਕੀਤਾ ਗਿਆ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਕੋਈ ਪਹਿਲਾ ਹਾਦਸਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇਸੇ ਘਰ ਤੋਂ ਲੰਘਣ ਵਾਲੀਆਂ ਹਾਈ ਵੋਲਟੇਜ ਦੀਆਂ ਤਾਰਾਂ ਕਰਕੇ ਲੋਕਾਂ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ। ਬੱਚੇ ਦੇ ਨਾਲ ਜੋ ਹਾਦਸਾ ਹੋਇਆ ਹੈ ਉਸ ਦੇ ਜ਼ਿੰਮੇਵਾਰ ਮਕਾਨ ਮਾਲਕ ਨੇ ਅਤੇ ਬਿਜਲੀ ਮਹਿਕਮੇ ਵੱਲੋਂ ਉਹਨਾਂ ਨੂੰ ਕਈ ਮਹੀਨੇ ਪਹਿਲਾਂ ਹੀ ਨੋਟਿਸ ਦਿੱਤਾ ਗਿਆ ਹੈ। ਉਸ ਦੇ ਬਾਵਜੂਦ ਮਕਾਨ ਕਿਰਾਏ ਤੇ ਦਿੱਤਾ ਗਿਆ। ਇਲਾਕੇ 'ਚ ਹੋਈ ਇਸ ਘਟਨਾ ਨੂੰ ਲੈ ਕੇ ਮਾਹੌਲ ਕਾਫੀ ਤਣਾਅਪੂਰਨ ਸੀ। ਇਲਾਕਾ ਵਾਸੀਆਂ ਵੱਲੋਂ ਕੌਂਸਲਰ ਨੂੰ ਵੀ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ। ब्यूरो रिपोर्ट दी टीवी एनआरआई। अमरीका के फ्लोरिडा च एक 12 मंजिला इमारत ढही ढेरी हो गई। हालांकि इसकी जानकारी नहीं है कि यह इमारत किवें ढही ढेरी हुई ते क्यों हुई, पर अजिहा कहा जा रहा है कि 5 लोगों के इस हादसे दे विच मौत हो गई, जबकि 156 लोग लापता ने। अमरीका के दक्षिणी फ्लोरिडा विच मियामी नेड़े शनिवार नूं 12 मंजिला इमारत ढही ढेरी हो गई। इस हादसे विच 5 लोगों की मौत हो गई है, जबकि 156 लोग लापता ने।
ਬਚਾਓ ਕਰਤਾ ਜਿਉਂਦੇ ਬਚੇ ਲੋਕਾਂ ਨੂੰ ਮਲਬੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ। ਜਾਣਕਾਰੀ ਅਨੁਸਾਰ ਹੁਣ ਤੱਕ 5 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਨੇ ਅਤੇ 156 ਲੋਕ ਹਲੇ ਵੀ ਲਾਪਤਾ ਨੇ। ਮਿਆਮੀ ਡਾਡੇ ਦੀ ਮੇਅਰ ਡੈਮਿਲਾ ਨੇਵੀਨੇ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਬਚਾਓ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ ਅਤੇ ਲੋਕਾਂ ਦੀ ਜਾਨ ਬਚਾਈ ਜਾਵੇਗੀ। ਅੱਗੇ ਉਹਨਾਂ ਦੱਸਿਆ ਕਿ ਮਲਬੇ ਵਿੱਚ ਲੱਗੀ ਅੱਗ ਦੀਆਂ ਲਪਟਾਂ ਬਹੁਤ ਤੇਜ਼ ਨੇ, ਜਿਸ ਕਾਰਨ ਬਚਾਓ ਮੁਹਿੰਮ ਵਿੱਚ ਬਹੁਤ ਮੁਸ਼ਕਿਲ ਆ ਰਹੀ ਹੈ। ਇੱਕ ਕ੍ਰੇਨ ਨੇ ਸਰਵਸਾਈਡ ਸ਼ਹਿਰ ਵਿੱਚ 30 ਫੁੱਟ ਢੇਰ ਤੋਂ ਮਲਬੇ ਦੇ ਟੁਕੜੇ ਹਟਾਏ ਅਤੇ ਬਚਾਓ ਦਲ ਨੇ ਮਲਬੇ ਨੂੰ ਹਟਾਉਣ ਲਈ ਵੱਡੀਆਂ ਮਸ਼ੀਨਾਂ, ਛੋਟੀਆਂ ਬਾਲਟੀਆਂ, ਡਰੋਨ ਅਤੇ ਮਾਈਕਰੋਫੋਨ ਸਮੇਤ ਕਈ ਉਪਕਰਨਾਂ ਦੀ ਵਰਤੋਂ ਕੀਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਟਵੀਟ ਕੀਤਾ ਕਿ ਉਹਨਾਂ ਨੇ ਫਲੋਰੀਡਾ ਦੇ ਗਵਰਨਰ ਏਨ ਡੇਮਾਂਟਿਸ ਨਾਲ ਗੱਲ ਕੀਤੀ ਹੈ ਅਤੇ ਉਹਨਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ। ਉਹਨਾਂ ਨੇ ਇਸ ਘਟਨਾ ਤੇ ਅਫਸੋਸ ਪ੍ਰਗਟ ਕੀਤਾ ਹੈ ਤੇ ਉੱਥੇ ਹੀ ਅਧਿਕਾਰੀਆਂ ਨੇ ਇਹ ਘੋਸ਼ਣਾ ਕੀਤੀ ਹੈ ਕਿ ਉਹ ਢਹਿ ਢੇਰੀ ਹੋ ਚੁੱਕੀ ਇਮਾਰਤ ਸ਼ੈਂਪਲੇਨ ਟਾਵਰਜ਼ ਸਾਊਥ ਦੀ ਤਰ੍ਹਾਂ 40 ਸਾਲ ਪੁਰਾਣੀਆਂ ਇਮਾਰਤਾਂ ਦੀ ਸਮੀਖਿਆ ਕਰਨਗੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਸੁਰੱਖਿਅਤ ਨੇ ਜਾਂ ਨਹੀਂ। ਸੋ ਦੱਸਦੇ ਕਿ ਅਮਰੀਕਾ ਦੇ ਦੱਖਣੀ ਫਲੋਰੀਡਾ ਵਿੱਚ ਮਿਆਮੀ ਨੇੜੇ ਇੱਕ 12 ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ ਹੈ, ਜਿਸ ਦੇ ਵਿੱਚ 5 ਲੋਕਾਂ ਦੀ ਤਾਂ ਮੌਤ ਹੋ ਗਈ ਹੈ ਅਤੇ 156 ਲੋਕ ਹੁਣੇ ਵੀ ਲਾਪਤਾ ਨੇ ਤੇ ਬਚਾਓ ਕਾਰਜ ਜਾਰੀ ਹੈ। ਬਿਊਰੋ ਰਿਪੋਰਟ ਦੀ TVNRI। ਪਟਿਆਲਾ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ 2 ਔਰਤਾਂ ਸਕੂਟੀ ਦੇ ਨਾਲ ਇੱਕ ਕੁੱਤੇ ਨੂੰ ਬੰਨ੍ਹ ਕੇ ਘਸੀਟਦੀਆਂ ਹੋਈਆਂ ਲੈ ਕੇ ਜਾ ਰਹੀਆਂ ਨਜ਼ਰ ਆ ਰਹੀਆਂ ਨੇ, ਜਿਸ ਤੋਂ ਬਾਅਦ ਜਦੋਂ ਲੋਕਾਂ ਨੂੰ ਪਤਾ ਲੱਗਿਆ ਤੇ ਲੋਕਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਇਹਨਾਂ ਮਹਿਲਾਵਾਂ ਦੇ ਖਿਲਾਫ ਮਾਮਲਾ ਵੀ ਦਰਜ ਹੋਇਆ ਹੈ ਅਤੇ ਇਸ ਕੁੱਤੇ ਦੀ ਮੌਤ ਹੋ ਗਈ ਹੈ। ਪਟਿਆਲਾ ਦੇ ਨਿਊ ਸੈਂਚੁਰੀ ਇਲਾਕੇ ਵਿੱਚ ਸਕੂਟੀ ਨਾਲ ਬੰਨ੍ਹ ਕੇ ਫੀਮੇਲ ਡੌਗ ਨੂੰ ਘਸੀਟਦੇ ਹੋਏ ਲੈ ਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਜ਼ਖਮੀ ਜਾਨਵਰ ਦੀ 3 ਦਿਨ ਚਲੇ ਇਲਾਜ ਤੋਂ ਬਾਅਦ ਮੌਤ ਹੋ ਗਈ ਹੈ। ਜੀਵ ਰੱਖਿਆ ਫਾਊਂਡੇਸ਼ਨ ਡਾਇਰੈਕਟਰ ਦੀ ਸ਼ਿਕਾਇਤ ਤੇ ਥਾਣਾ ਪੁਲਿਸ ਨੇ ਅਣਪਛਾਤੀ 2 ਸਕੂਟੀ ਸਵਾਰ ਔਰਤਾਂ ਖਿਲਾਫ ਐਨੀਮਲ ਐਕਟ ਅਧੀਨ ਕੇਸ ਦਰਜ ਕਰ ਲਿਆ। ਜਾਣਕਾਰੀ ਅਨੁਸਾਰ ਨਿਊ ਸੈਂਚੁਰੀ ਐਨਕਲੇਵ ਇਲਾਕੇ ਵਿੱਚ ਇੱਕ ਫੀਮੇਲ ਡੌਗ ਨੂੰ 2 ਔਰਤਾਂ ਇੱਕ ਸਕੂਟੀ ਦੇ ਪਿੱਛੇ ਬੰਨ੍ਹ ਕੇ ਘਸੀਟਦੇ ਹੋਏ ਲੈ ਜਾ ਰਹੀਆਂ ਸਨ। ਇਸ ਦੌਰਾਨ ਰਸਤੇ ਵਿੱਚ NGO ਦੇ ਕੁਝ ਵਰਕਰਾਂ ਨੇ ਉਹਨਾਂ ਨੂੰ ਵੇਖਿਆ ਅਤੇ ਵਿਰੋਧ ਕੀਤਾ। ਵਿਰੋਧ ਹੁੰਦਾ ਵੇਖ ਔਰਤਾਂ ਕੁੱਤੇ ਨੂੰ ਛੱਡ ਕੇ ਫਰਾਰ ਹੋ ਗਈਆਂ। ਸੰਸਥਾ ਨੇ ਜਾਨਵਰ ਦਾ ਇਲਾਜ ਕਰਵਾਇਆ ਪਰ 3 ਦਿਨ ਬਾਅਦ ਉਸ ਦੀ ਮੌਤ ਹੋ ਗਈ ਹੈ। ਉੱਥੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮ ਔਰਤਾਂ ਦੀ ਪਛਾਣ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਨਾਂ ਦੱਸਿਆ ਕਿ CCTV ਫੁਟੇਜ ਅਜੇ ਉਹਨਾਂ ਤੱਕ ਨਹੀਂ ਪਹੁੰਚੀ ਹੈ ਪਰ ਕੁਝ ਫੋਟੋਆਂ ਸੰਸਥਾ ਦੁਆਰਾ ਦਿੱਤੀਆਂ ਗਈਆਂ ਨੇ। ਇਸ ਦੇ ਆਧਾਰ ਤੇ ਦੋਸ਼ੀ ਔਰਤਾਂ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾਵੇਗੀ। ਬਿਊਰੋ ਰਿਪੋਰਟ ਦੀ TVNRI। ਝਾਰਖੰਡ 'ਚ ਇੱਕ ਨੌਜਵਾਨ ਦੇ ਕੋਲ ਆਪਣੀ ਮਾਂ ਦੇ ਅੰਤਿਮ ਸੰਸਕਾਰ ਕਰਨ ਦੇ ਪੈਸੇ ਨਹੀਂ ਸਨ, ਜਿਸ ਤੋਂ ਬਾਅਦ ਉਸ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੀ ਮਾਂ ਦਾ ਇਲਾਜ ਚੱਲ ਰਿਹਾ ਸੀ ਅਤੇ ਇਸ ਦੇ ਸਾਰੇ ਪੈਸੇ ਹੀ ਇਲਾਜ ਦੇ ਵਿੱਚ ਲੱਗ ਗਏ ਅਤੇ ਉਸ ਦੀ ਮਾਂ ਦੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਅੰਤਿਮ ਸੰਸਕਾਰ ਕਰਨ ਦੇ ਲਈ ਵੀ ਇਸ ਨੌਜਵਾਨ ਦੇ ਕੋਲ ਪੈਸੇ ਨਹੀਂ ਬਚੇ। ਝਾਰਖੰਡ ਦੇ ਦੇਵਗੜ੍ਹ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਾਂ ਦੀ ਮ੍ਰਿਤਕ ਦੇਹ ਦੇ ਅੰਤਿਮ ਸੰਸਕਾਰ ਲਈ ਪੈਸੇ ਨਾ ਹੋਣ ਕਾਰਨ ਪੁੱਤ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਸ ਦੀ ਮਾਂ ਲੰਮੇ ਸਮੇਂ ਤੋਂ ਬਿਮਾਰ ਸੀ ਅਤੇ ਉਸਨੇ ਆਪਣੀ ਮਾਂ ਦੀ ਜਾਨ ਬਚਾਉਣ ਲਈ ਬਹੁਤ ਇਲਾਜ ਕਰਵਾਇਆ ਪਰ ਉਹ ਆਪਣੀ ਮਾਂ ਨੂੰ ਨਹੀਂ ਬਚਾ ਸਕਿਆ। ਮਾਂ ਦੇ ਲੰਬੇ ਇਲਾਜ ਕਾਰਨ ਪਰਿਵਾਰ ਦੀ ਆਰਥਿਕ ਸਥਿਤੀ ਵੀ ਬਹੁਤ ਖਰਾਬ ਹੋ ਗਈ। ਕਿਸ਼ਨ ਚੌਧਰੀ ਦੀ ਮਾਂ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ ਹੈ। ਆਪਣੀ ਮਾਂ ਦੀ ਮੌਤ ਨਾਲ ਕਿਸ਼ਨ ਬਹੁਤ ਹੀ ਜ਼ਿਆਦਾ ਟੁੱਟ ਗਿਆ ਸੀ। ਮਾਂ ਦੇ ਅੰਤਿਮ ਸੰਸਕਾਰ ਦੀ ਤਿਆਰੀ ਸ਼ੁਰੂ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਕਿਸ਼ਨ ਕੋਲ ਆਪਣੀ ਮਾਂ ਦੇ ਅੰਤਿਮ ਸੰਸਕਾਰ ਕਰਨ ਲਈ ਪੈਸੇ ਨਹੀਂ ਸਨ। ਉਹ ਇਸ ਕਾਰਨ ਬਹੁਤ ਪਰੇਸ਼ਾਨ ਸੀ ਤੇ ਉਸਨੇ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਬਿਊਰੋ ਰਿਪੋਰਟ ਦੀ TVNRI। ਸੋ ਇਹ ਤਾਂ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਅਜਿਹੀਆਂ ਹੀ ਖਬਰਾਂ ਦੇ ਲਈ ਜੁੜੇ ਰਹੋ ਕੈਨੇਡੀਅਨ ਮੀਡੀਆ ਦੀ TVNRI ਦੇ ਨਾਲ।